ਅੱਜ ਦਾ ਟੌਪਿਕ ਕੀ ਰਹੇਗਾ ਜੀ, ਹਿਊਮਨ ਨਿਊਰਲ ਸਿਸਟਮ। ਅਗਰ ਆਪਾਂ ਹਿਊਮਨ ਨਿਊਰਲ ਸਿਸਟਮ ਦੇਖਾਂਗੇ, ਆਪਾਂ ਮੇਨਲੀ ਅੱਜ ਬ੍ਰੇਨ ਬਾਰੇ ਪੜਾਂਗੇ, ਬਟ ਆਪਾਂ ਪਹਿਲਾਂ ਦੇਖ ਲੈਂਦੇ ਹਾਂ ਕਿ ਹਿਊਮਨ ਨਿਊਰਲ ਸਿਸਟਮ ਨੂੰ ਕਿੰਨੇ ਪਾਰਟਸ ਡਿਵਾਈਡ ਕੀਤਾ ਹੋਇਆ, ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, CNS PNS। CNS ਦਾ ਮਤਲਬ ਕੀ ਹੋ ਗਿਆ, ਸੈਂਟਰਲ ਨਿਊਰਲ ਸਿਸਟਮ ਹੋ ਗਿਆ। PNS ਦਾ ਮਤਲਬ ਕੀ ਹੋ ਗਿਆ, ਪੈਰੀਫਰਲ ਨਿਊਰਲ ਸਿਸਟਮ ਹੋ ਗਿਆ ਜੀ। ਅਗਰ ਆਪਾਂ CNS ਦੇਖਾਂਗੇ, CNS ਆਪਾਂ ਕੀ ਪੜ੍ਹਨਾ ਜੀ, ਬ੍ਰੇਨ ਤੇ ਸਪਾਈਨਲ ਕੋਰਡ ਬਾਰੇ ਪੜ੍ਹਨਾ ਹੈ, ਠੀਕ ਹੈ, ਸਪਾਈਨਲ ਕੋਰਡ ਬਾਰੇ ਪੜ੍ਹਨਾ ਹੈ। ਅਗਰ ਆਪਾਂ PNS ਦੇਖਾਂਗੇ, ਉਸ ਚੋਂ ਜਿਹੜੀ ਬ੍ਰੇਨ ਤੇ ਸਪਾਈਨਲ ਕੋਰਡ ਚੋਂ ਨਰਵਸ ਨਿਕਲਣਗੀਆਂ, ਉਹ ਕੀ ਫਾਰਮ ਕਰਨਗੀਆਂ, ਪੈਰੀਫਰਲ ਨਿਊਰਲ ਸਿਸਟਮ ਬਣਨਗੀਆਂ ਜੀ। ਅਗਰ ਆਪਾਂ ਪੈਰੀਫਰਲ ਨੂੰ ਦੇਖਾਂਗੇ, ਅਗਰ ਫਰਦਰ ਕਿਸ ਪਾਰਟ ਕਿੰਨੇ ਪਾਰਟਸ ਡਿਵਾਈਡ ਕੀਤਾ ਹੋਇਆ, ਦੋ ਚ ਕੀਤਾ ਹੋਇਆ, ਐਫਰੈਂਟ ਤੇ ਇਫਰੈਂਟ। ਅਗਰ ਆਪਣੀ ਜਿਹੜੀ ਨਰਵ ਹੈ ਔਰਗਨਸ ਤੋਂ ਬ੍ਰੇਨ ਜਾ ਰਹੀ ਹੈ, ਮਤਲਬ ਇੱਕ ਮੈਸੇਜ ਕਨਵੇ ਕਰ ਰਹੀ ਹੈ, ਉਸ ਨੂੰ ਕੀ ਕਵਾਂਗੇ ਆਪਾਂ, ਐਫਰੈਂਟ ਕਵਾਂਗੇ। ਕੀ ਕਵਾਂਗੇ ਜੀ, ਐਫਰੈਂਟ ਕਵਾਂਗੇ। ਸਪੋਜ਼ ਕਰੋ ਜਿਵੇਂ ਕਿ ਆਪਾਂ ਨੂੰ ਫਿਕਰ ਦਿਖ ਰਹੀ ਹੈ, ਅਗਰ ਮੈਸੇਜ ਕਨਵੇ ਹੋ ਰਿਹਾ ਬ੍ਰੇਨ ਨੂੰ ਕਿ ਆਪਣੇ ਹੱਥ ਵੱਲੋਂ, ਇੱਕ ਉਹ ਕੀ ਕਰੇਗੀ, ਨਰਵ ਹੀ ਕਰੇਗੀ, ਠੀਕ ਹੈ ਜੀ। ਤਦ ਉਸ ਨੂੰ ਆਪਾਂ ਕੀ ਕਰਾਂਗੇ, ਕੀ ਕਵਾਂਗੇ ਜਿਹਨੂੰ, ਐਫਰੈਂਟ ਕਵਾਂਗੇ। ਤੇ ਉਹ ਵਾਪਸ ਮੈਸੇਜ ਭੇਜੇਗੀ ਕਿ ਤੁਸੀਂ ਆਪਣਾ ਹੱਥ ਹਟਾ ਲਓ, ਉਹ ਕਿਹੜੀ ਕਰੇਗੀ, ਐਫਰੈਂਟ ਨਰਵ ਕਰੇਗੀ ਜੀ, ਠੀਕ ਹੈ। ਤਾਂ ਆਪਾਂ ਫਰਦਰ PNS ਨੂੰ ਦੋ ਪਾਰਟਸ ਡਿਵਾਈਡ ਕੀਤਾ ਹੋਇਆ ਹੈ, ਸੋਮੈਟਿਕ ਨਿਊਰਲ ਸਿਸਟਮ ਤੇ ਆਟੋਨੋਮਿਕ। ਸੋਮੈਟਿਕ ਮਤਲਬ ਕੀ ਹੋ ਜਾਏਗਾ ਜੀ, ਬੋਡੀ। ਆਟੋਨੋਮਿਕ ਕੀ ਹੋ ਜਾਏਗਾ, ਜਿਹੜਾ ਆਪਣੇ ਆਪ ਇਨਵੋਲੰਟਰੀ ਹੋ ਜਾਏਗਾ। ਸੋਮੈਟਿਕ ਨਿਊਰਲ ਸਿਸਟਮ ਦੇ ਵਿੱਚ ਕੀ ਹੋਏਗਾ ਜੀ, ਬ੍ਰੇਨ ਵੋਲੰਟਰੀ ਮਸਲਸ ਨੂੰ ਕੀ ਕਰੇਗਾ, ਮੈਸੇਜ ਕਨਵੇ ਕਰੇਗਾ। ਤੇ ਦੂਜੇ ਵਿੱਚ ਆਟੋਨੋਮਿਕ ਦੇ ਵਿੱਚ ਕੀ ਹੋਏਗਾ, ਬ੍ਰੇਨ ਇਨਵੋਲੰਟਰੀ ਮਸਲਸ ਨੂੰ ਮੈਸੇਜ ਕਨਵੇ ਕਰੇਗਾ। ਯੂਜ਼ਲੀ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਘੱਟ ਕੁਐਸਚਨ ਆਉਂਦਾ, ਬਟ ਇੱਕ ਵਾਰ ਤੁਹਾਨੂੰ ਪਤਾ ਹੋਣੀ ਚਾਹੀਦੀ ਟਰਮਸ। ਕਈ ਵਾਰ ਪੇਪਰ ਮਤਲਬ ਤੁਸੀਂ ਬੁੱਕਸ ਵਗੈਰਾ ਪੜ੍ਹਦੇ ਹੋ ਤਾਂ ਉਸੇ ਟਰਮਸ ਆਉਂਦੀਆਂ ਨੇ, ਬਸ ਇੰਨਾ ਹੀ ਪੜ੍ਹਨਾ ਹੁੰਦਾ ਹੈ। ਅਗਰ ਆਪਾਂ ਦੇਖਦੇ ਹਾਂ ਕਿ ਅੱਗੇ ਆਟੋਨੋਮਿਕ ਨਿਊਰਲ ਸਿਸਟਮ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਸਿੰਪੈਥੈਟਿਕ ਤੇ ਪੈਰਾਸਿੰਪੈਥੈਟਿਕ। ਆਪਾਂ ਹੁਣ ਇਸ ਚ ਇਹ ਤੁਸੀਂ ਪੜ੍ਹ ਸਕਦੇ ਹੋ, ਐਗਜ਼ਾਮਪਲਸ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ। ਬਟ ਇਹ ਹੁਣ ਸਿੰਪੈਥੈਟਿਕ ਤੇ ਪੈਰਾਸਿੰਪੈਥੈਟਿਕ ਕੀ ਹੁੰਦੀਆਂ ਨੇ। ਸਪੋਜ਼ ਕਰੋ ਤੁਸੀਂ ਇੱਕ ਛੱਤ ਤੇ ਖੜੇ ਹੋ, ਉੱਥੇ ਕੀ ਹੁੰਦਾ, ਸਪੋਜ਼ ਕਰੋ ਨੋਰਮਲ ਤੁਸੀਂ ਖੜੇ ਹੋ, ਤੁਹਾਨੂੰ ਇੱਕ ਡਰਾਵਨੀ ਜਿਹੀ ਆਵਾਜ਼ ਆਈ, ਤਾਂ ਉਹ ਕੀ ਹੋਏਗਾ ਜੀ, ਆਪਣੀ ਕੀ ਹੋ ਜਾਏਗੀ, ਹਾਰਟ ਬੀਟ ਤੇਜ਼ ਹੋ ਜਾਏਗੀ ਇੱਕਦਮ। ਤਾਂ ਉਹ ਕਿਹਦਾ ਕੰਮ ਹੋ ਜਾਏਗਾ ਜੀ, ਸਿੰਪੈਥੈਟਿਕ ਦਾ ਕੰਮ ਹੋ ਜਾਏਗਾ, ਕਿ ਆਪਣੀ ਹਾਰਟ ਬੀਟ ਨੂੰ ਤੇਜ਼ ਕਰਨਾ, ਜਾਂ ਫਿਰ ਮਤਲਬ ਆਪਾਂ ਨੂੰ ਅਵੇਅਰ ਕਰ ਦੇਣਾ ਇੱਕਦਮ, ਮਤਲਬ ਆਪਣੀ ਰੂਹ ਕੰਡੇ ਜੇ ਖੜੇ ਕਰ ਦੇਣਾ, ਉਹ ਕਿਹਦਾ ਕੰਮ ਹੋ ਜਾਏਗਾ, ਸਿੰਪੈਥੈਟਿਕ ਦਾ ਹੋ ਜਾਏਗਾ। ਬਟ ਜਦੋਂ ਆਪਾਂ ਨੂੰ ਪਤਾ ਲੱਗਿਆ ਕਿ ਕੋਈ ਮਤਲਬ ਆਪਾਂ ਨੂੰ ਨੋਰਮਲ ਸਿਚੁਏਸ਼ਨ ਸੀਗੀ, ਕੋਈ ਮਤਲਬ ਡੇਂਜਰਸ ਸਿਚੁਏਸ਼ਨ ਨਹੀਂ ਸੀਗੀ, ਤਾਂ ਆਪਣੇ ਹਾਰਟ ਬੀਟ ਨੂੰ ਨੋਰਮਲ ਕਰਨਾ ਕਿਸਦਾ ਕੰਮ ਹੋ ਜਾਏਗਾ, ਪਲੱਸ ਜਿਹੜੇ ਮਸਲਸ ਨੂੰ ਰਿਲੈਕਸ ਕਰਨਾ, ਉਹ ਕੰਮ ਕਿਹਦਾ ਹੋ ਜਾਏਗਾ, ਪੈਰਾਸਿੰਪੈਥੈਟਿਕ। ਮਤਲਬ ਜਿਹੜੀ ਸਿੰਪੈਥੈਟਿਕ ਕੰਡੀਸ਼ਨ ਆਈ, ਉਸ ਨੂੰ ਨੋਰਮਲ ਕਰਨ ਦਾ ਕੰਮ ਕਿਹਦਾ ਹੋ ਜਾਏਗਾ, ਪੈਰਾਸਿੰਪੈਥੈਟਿਕ ਦਾ। ਤੇ ਦੋਨੋਂ ਕਿਸ ਦਾ ਪਾਰਟ ਹੈ ਜੀ, ਆਟੋਨੋਮਿਕ ਨਿਊਰਲ ਸਿਸਟਮ ਦਾ ਪਾਰਟ ਨੇ। ਜਿਹੜਾ ਅੱਜ ਆਪਾਂ ਮੇਨ ਟੌਪਿਕ ਕਵਰ ਕਰਨਾ ਹੈ, ਉਹ ਅੱਜ ਕਰਾਂਗੇ ਆਪਾਂ CNS। CNS ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ, ਕਿਹੜੇ ਪਾਰਟਸ ਤੋਂ ਮਿਲ ਕੇ ਬਣਿਆ ਹੁੰਦਾ ਹੈ, ਬ੍ਰੇਨ ਤੇ ਸਪਾਈਨਲ ਕੋਰਡ ਮਿਲ ਕੇ ਬਣਾਉਂਦੇ ਨੇ ਜੀ, ਠੀਕ ਹੈ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਬ੍ਰੇਨ ਦੀ ਹੀ ਗੱਲ ਕਰਦੇ ਹਾਂ। ਬ੍ਰੇਨ ਆਪਾਂ ਨੂੰ ਕਿਵੇਂ ਪਤਾ ਕਿ ਉਹਦਾ, ਅਗਰ ਆਪਾਂ ਐਵਰੇਜ weight ਦੀ ਗੱਲ ਕਰਾਂਗੇ, ਕਿੰਨਾ ਹੋ ਜਾਏਗਾ, 1.36 kg ਹੋ ਜਾਏਗਾ। ਬਟ ਅਗਰ ਆਪਾਂ ਇਹਦੀ weight ਦੀ ਗੱਲ ਕਰਾਂਗੇ ਬ੍ਰੇਨ ਦੀ, ਇਨ ਕੇਸ ਆਫ ਚਿਲਡਰਨ ਦੀ ਗੱਲ ਕਰਾਂਗੇ, ਮਤਲਬ 4 ਸਾਲ ਤੱਕ ਦੀ ਉਮਰ ਦੇ ਬੱਚੇ ਦੀ ਗੱਲ ਕਰਾਂਗੇ, ਤਾਂ ਉਹਦਾ weight ਕਿੰਨਾ ਹੋਏਗਾ ਜੀ, ਜਾਂ 8 ਤੋਂ 12 ਸਾਲ ਦੇ ਬੱਚੇ ਦੀ ਗੱਲ ਕਰਾਂਗੇ, ਉਹਦਾ ਕਿੰਨਾ ਹੋ ਜਾਏਗਾ ਜੀ, 300 ਤੋਂ 400 ਗ੍ਰਾਮ ਹੋਏਗਾ। ਅਗਰ ਆਪਾਂ ਗੱਲ ਕਰਦੇ ਹਾਂ ਅਡਲਟ ਦੀ ਗੱਲ ਕਰਾਂਗੇ, ਤਾਂ ਉਹ ਕਿੰਨਾ ਰਹੇਗਾ ਜੀ, ਅਪਰੋਕਸੀਮੇਟ। ਆਪਾਂ ਅਗਰ ਐਵਰੇਜ ਦੀ ਗੱਲ ਕਰਾਂਗੇ, ਮੇਲ ਫੀਮੇਲ ਦੀ ਐਵਰੇਜ ਦੀ ਗੱਲ ਕਰਾਂਗੇ, ਤਾਂ ਉਹ ਕਿੰਨਾ ਰਹੇਗਾ, 1400 ਗ੍ਰਾਮ ਰਹੇਗਾ। ਕਿੰਨਾ ਰਹੇਗਾ, 1400 ਗ੍ਰਾਮ ਰਹੇਗਾ। ਬਟ ਕਈ ਵਾਰ ਤੁਸੀਂ 1400 ਗ੍ਰਾਮ ਨਾ ਦੇ ਕੇ ਹੋਏ, MCQs ਦੇ ਵਿੱਚ 1.36 ਪਾਇਆ ਹੁੰਦਾ, ਤਾਂ ਤੁਸੀਂ ਐਵਰੇਜ weight ਇਹੀ ਟਿਕ ਕਰਕੇ ਆਣਾ, ਠੀਕ ਹੈ ਜੀ। ਅਗਰ ਆਪਾਂ ਮੇਲ ਦੀ ਗੱਲ ਕਰਾਂਗੇ, ਉਹਨਾਂ ਦਾ ਕਿੰਨਾ ਹੋਏਗਾ ਜੀ, 1450 ਗ੍ਰਾਮਸ। ਅਗਰ ਆਪਾਂ ਗੱਲ ਕਰਾਂਗੇ ਫੀਮੇਲ ਦੀ, ਉਹਨਾਂ ਦਾ ਕਿੰਨਾ ਹੋਏਗਾ, 1350। ਮਤਲਬ ਕੀ ਹੋ ਗਿਆ, ਇੱਕ ਤਰ੍ਹਾਂ ਦਾ 100 ਗ੍ਰਾਮ ਕੀ ਹੋ ਗਿਆ, ਉਹਨਾਂ ਦਾ weight ਘੱਟ ਹੋਏਗਾ ਜੀ। ਅਗਰ ਆਪਾਂ ਗੱਲ ਕਰਦੇ ਹਾਂ, ਹੁਣ ਇਹ ਆਪਣੇ weight ਦੀ ਗੱਲ ਆ ਗਈ, ਬਟ ਜਿਹੜਾ ਆਪਣਾ ਹਿਊਮਨ ਬ੍ਰੇਨ ਹੈ, ਅਗਰ ਆਪਾਂ ਹਿਊਮਨ ਬ੍ਰੇਨ ਨੂੰ 100% ਕੰਸੀਡਰ ਕਰਦੇ ਹਾਂ, ਇੱਕ ਨੋਰਮਲ ਹਿਊਮਨ ਬੀਇੰਗ ਜਿਵੇਂ ਕਿ ਆਪਾਂ ਸਾਰੇ ਹੀ ਹਾਂ, ਇਹ ਇਕੱਲਾ 4% ਹੀ ਯੂਜ਼ ਕਰ ਪਾਉਂਦੇ ਆ ਆਪਣੀ ਜਿਹੜੀ ਬ੍ਰੇਨ ਹੁੰਦਾ। ਬਟ ਆਪਾਂ ਗੱਲ ਕਰਦੇ ਜਿਹੜੇ ਸਾਇੰਟਿਸਟ ਸੀਗੇ, ਉਹ ਜਿਹੜੇ ਕਿ ਮਤਲਬ ਬਹੁਤ ਜ਼ਿਆਦਾ ਮੇਜਰ ਕਰਕੇ, ਜਿਵੇਂ ਕਿ ਆਪਾਂ ਗੱਲ ਕਰ ਲੈਂਦੇ ਹਾਂ ਆਈਨਸਟਾਈਨ ਦੀ ਗੱਲ ਕਰ ਲੈਂਦੇ ਹਾਂ, ਨਿਊਟਨ ਦੀ ਗੱਲ ਕਰ ਲੈਂਦੇ ਹਾਂ, ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿੰਨਾ ਯੂਜ਼ ਕਰ ਲਿਆ ਬ੍ਰੇਨ ਆਪਣਾ, 4.5, ਠੀਕ ਹੈ ਜੀ। ਕਿੰਨਾ ਯੂਜ਼ ਕਰ ਲਿਆ, 4.5 ਕਰ ਲਿਆ, ਠੀਕ ਹੈ। ਤੇ ਆਪਾਂ ਗੱਲ ਦੇਖਦੇ ਕਿ ਬ੍ਰੇਨ ਕਿਸ ਚੀਜ਼ ਨੂੰ ਮਿਲ ਕੇ ਬਣਿਆ ਹੁੰਦਾ ਜੀ, ਨਿਊਰੋਨਸ ਨੂੰ, ਨਰਵਸ ਸਿਸਟਮ ਨੂੰ, ਮਤਲਬ ਆਪਾਂ ਨਰਵਸ, ਅਗਰ ਆਪਾਂ ਗੱਲ ਕਰਦੇ ਹਾਂ ਬ੍ਰੇਨ ਦੀ, ਠੀਕ ਹੈ ਜੀ, ਬ੍ਰੇਨਸ ਕਿਸ ਨੂੰ ਮਿਲ ਕੇ ਬਣਿਆ ਹੋਏਗਾ ਜੀ, ਨਿਊਰੋਨਸ ਨੂੰ ਮਿਲ ਕੇ ਬਣਿਆ ਹੋਏਗਾ। ਤੇ ਅਗਰ ਕਿੰਨੇ ਨਿਊਰੋਨਸ ਨੇ, 86 ਤੋਂ
100 ਬਿਲੀਅਨ ਨਿਊਰੋਨਸ ਹੋਣਗੇ ਤਾਂ ਬਟ ਆਪਣੇ ਕਿੰਨੇ 10 ਮਤਲਬ 10 ਬਿਲੀਅਨ ਨਿਊਰੋਨਸ ਹੀ ਯੂਜ਼ ਕੀਤੇ ਜਾਂਦੇ ਨੇ ਬ੍ਰੇਨ ਦੇ ਦੁਆਰਾ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਐਕਟਿਵ ਨਿਊਰੋਨਸ ਕਹਿ ਦਿੰਦੇ ਹਾਂ। ਹੁਣ ਆਪਣਾ ਜਿਹੜਾ ਬ੍ਰੇਨ ਹੁੰਦਾ ਹੈ ਇੱਕ ਦੀ ਆਊਟਰ ਕਵਰਿੰਗ ਹੁੰਦੀ ਹੈ ਜਿਸ ਨੂੰ ਕਿ ਆਪਾਂ ਗੱਲ ਕਹਿ ਦਿੰਦੇ ਹਾਂ ਕ੍ਰੈਨੀਨਮ ਕਹਿ ਦਿੰਦੇ ਹਾਂ, ਬਟ ਆਪਾਂ ਸਕਲ ਦੀ ਗੱਲ ਕਰਾਂਗੇ। ਸਕਲ ਦੇ ਵਿੱਚ ਕੀ ਹੋ ਜਾਏਗਾ ਜੀ, ਫੇਸ਼ੀਅਲ ਬੋਨਸ ਵੀ ਆ ਜਾਂਦੀਆਂ। ਤਾਂ ਅਗਰ ਆਪਾਂ ਟੋਟਲ ਬੋਨਸ ਦੇਖਾਂਗੇ ਸਕਲ ਦੇ ਵਿੱਚ ਕਿੰਨੀਆਂ ਹੋਣਗੀਆਂ, 22 ਹੋਣਗੀਆਂ। ਬਟ ਅਗਰ ਆਪਾਂ ਕ੍ਰੇਨੀਅਮ ਬੋਨਸ ਦੇਖਾਂਗੇ ਜਿਹੜੇ ਕਿ ਆਪਣੇ ਬ੍ਰੇਨ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਦੀਆਂ ਨੇ, ਉਹ ਕਿੰਨੀਆਂ ਹੋਣਗੀਆਂ ਜੀ, 8 ਹੋਣਗੀਆਂ ਜੀ। ਉਸ ਤੋਂ ਬਾਅਦ ਜਿਹੜੀ ਤੁਹਾਨੂੰ ਆਹ ਦਿਖ ਰਹੀ ਹੈ ਮਨਿੰਜਿਸ, ਇਹ ਕੀ ਹੋਏਗੀ, ਇੱਕ ਤਰ੍ਹਾਂ ਦੀ ਮੈਂਬਰੇਨ ਹੋਏਗੀ। ਇਹਦੀ 3 ਲੇਅਰਸ ਹੋਣਗੀਆਂ ਜਿਹੜੀ ਕਿ ਪ੍ਰੋਟੈਕਟ ਕਰਦੀਆਂ ਆਪਣੇ ਬ੍ਰੇਨ ਨੂੰ ਫਰਦਰ ਸ਼ੌਕਸ ਤੋਂ। ਠੀਕ ਹੈ ਜੀ, ਤੁਸੀਂ ਇਹਨੂੰ DAP, PAD, ਪੈਡ ਕਿਸੇ ਨਾਮ ਤੋਂ ਵੀ ਮਤਲਬ ਯਾਦ ਕਰ ਸਕਦੇ ਹੋ, ਕਿਉਂਕਿ ਅਗਰ PAD ਤੁਹਾਨੂੰ ਯਾਦ ਕਰਨਾ ਸੌਖਾ ਰਹਿੰਦਾ ਹੈ। ਸਭ ਤੋਂ ਅਗਰ ਜਿਹੜੀ ਬ੍ਰੇਨ ਦੇ ਕੋਲੇ ਲੇਅਰ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਜੀ, ਪਾਇਆ ਮੈਟਰ। ਦੂਜੀ ਜਿਹੜੀ ਮਿਡਲ ਵਾਲੀ ਲੇਅਰ ਹੋਏਗੀ ਉਹਨੂੰ ਕੀ ਕਵਾਂਗੇ, ਆਰਕਿਨੋਇਡ। ਕੀ ਕਵਾਂਗੇ, ਆਰਕਿਨੋਇਡ। ਜਿਹੜੀ ਸਭ ਤੋਂ ਆਊਟਰ ਮੋਸਟ ਲੇਅਰ ਹੋਏਗੀ ਉਹਦਾ ਕੰਮ ਕੀ ਹੋਏਗਾ ਜੀ, ਉਹਦਾ ਕੀ ਹੋਏਗਾ, ਡਿਊਰਾ। ਤਿੰਨਾਂ ਦਾ ਕੰਮ ਕੀ ਹੋਏਗਾ, ਆਪਣੀ ਬ੍ਰੇਨ ਨੂੰ ਪ੍ਰੋਟੈਕਟ ਕਰਨਾ। ਓਕੇ, ਇੱਕ ਤੁਹਾਨੂੰ ਹਿਸਟਰੀ ਦਾ ਰਿਲੇਟਡ ਇੰਪੋਰਟੈਂਟ ਫੈਕਟ ਦੱਸ ਦੇਣਾ। ਅਗਰ ਮਨਿੰਜਿਸ ਦੀ ਗੱਲ ਕਰਦੇ ਹਾਂ, ਮਨਿੰਜਿਸ ਕਈ ਵਾਰ ਇਨਫੈਕਟਡ ਹੋ ਜਾਂਦਾ ਹੈ, ਮਤਲਬ ਇਸੇ ਕੀ ਹੁੰਦਾ ਹੈ, ਇਨਫੈਕਟਡ ਹੋ ਜੇ ਤਾਂ ਇਸ ਨਾਲ ਕੀ ਹੋਏਗਾ ਜੀ, ਮਤਲਬ ਬੰਦੇ ਦੀ ਡੈਥ ਵੀ ਹੋ ਸਕਦੀ ਹੈ। ਤਾਂ ਹੀ ਆਪਾਂ ਨੂੰ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜੇ ਰਾਜਾ ਰਾਮ ਮੋਹਨ ਰਾਏ ਸੀਗੇ, ਉਹਨਾਂ ਦੀ ਡੈਥ ਕਿਸ ਬਿਮਾਰੀ ਨਾਲ ਹੋਈ ਸੀਗੀ, ਉਹਨਾਂ ਦੀ ਬਿਮਾਰੀ ਹੋਈ ਸੀ ਮਨਜੋਸਾਈਟਿਸ। ਠੀਕ ਹੈ, ਤਾਂ ਉਹ ਕੀ ਬਿਮਾਰੀ ਸੀਗੀ ਜੀ, ਮਨਿੰਜਿਸ ਨਾਲ ਬਿਮਾਰੀ ਦੇ ਨਾਲ ਉਹਨਾਂ ਦੀ ਡੈਥ ਹੋਈ ਸੀ। ਕਿਉਂ ਹੋਈ ਸੀ, ਕਿਉਂਕਿ ਉਹਨਾਂ ਦੇ ਇੱਥੇ ਇਨਫੈਕਸ਼ਨ ਹੋ ਗਈ ਸੀ ਇਸ ਮੈਂਬਰੇਨ ਤੇ। ਤਾਂ ਜਿਵੇਂ ਕਿ ਆਪਾਂ ਪੜ੍ਹਿਆ ਕਿ ਬ੍ਰੇਨ ਕਿਸ ਚੀਜ਼ ਦਾ ਬਣਿਆ ਹੁੰਦਾ ਹੈ, ਨਿਊਰੋਨਸ ਦਾ ਬਣਿਆ ਹੁੰਦਾ ਹੈ। ਤਾਂ ਇਸੀ ਨਿਊਰੋਨ ਸੈੱਲ ਨੂੰ ਕੀ ਕਵਾਂਗੇ ਆਪਾਂ, ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਬ੍ਰੇਨ। ਤਾਂ ਤੁਸੀਂ ਮੈਨੂੰ ਪਲੀਜ਼ ਦੱਸਣਾ ਹੈ ਕਿ ਇਹ ਕਿਵੇਂ ਦਾ ਸੈੱਲ ਹੈ, ਲੌਂਗੈਸਟ ਜਾਂ ਲਾਰਜੈਸਟ। ਅਗਰ ਆਪਾਂ ਹਿਊਮਨ ਬੋਡੀ ਦੀ ਗੱਲ ਕਰਾਂਗੇ, ਇਹ ਲੌਂਗੈਸਟ ਹੈ ਜਾਂ ਲਾਰਜੈਸਟ ਹੈ, ਇਹ ਤੁਸੀਂ ਪਲੀਜ਼ ਸਰਚ ਕਰਨਾ ਹੈ। ਇਹ ਤੁਹਾਡਾ ਹੁਣ ਹੋਮਵਰਕ ਹੈ। ਅਗਰ ਆਪਾਂ ਗੱਲ ਕਰਾਂਗੇ ਨਿਊਰੋਨ ਸੈਲਸ ਦੀ ਗੱਲ ਕਰਾਂਗੇ, ਠੀਕ ਹੈ, ਨਿਊਰੋਨ ਸੈਲ ਸਭ ਤੋਂ ਗੱਲ ਅਗਰ ਆਪਾਂ ਗੱਲ ਕਰਦੇ ਹਾਂ, ਜਿਵੇਂ ਕਿ ਆਪਾਂ ਲੀਵਰ ਦੀ ਗੱਲ ਕਰਦੇ ਹਾਂ, ਲੀਵਰ ਦੇ ਵਿੱਚ ਕੀ ਹੁੰਦੇ, ਹੈਪਟਿਕ ਸੈਲਸ ਹੁੰਦੇ ਆ। ਤਾਂ ਹੈਪਟਿਕ ਸੈਲਸ ਦੇ ਵਿੱਚ ਕੀ ਹੁੰਦੀ ਹੈ, ਸਭ ਤੋਂ ਵੱਧ ਰੀਜਨਰੇਸ਼ਨ ਪਾਵਰ ਹੁੰਦੀ ਹੈ। ਕੀ ਹੁੰਦੀ ਹੈ, ਰੀਜਨਰੇਸ਼ਨ ਪਾਵਰ ਹੁੰਦੀ ਹੈ। ਮਤਲਬ ਅਗਰ ਲੀਵਰ ਤੇ ਕੱਟ ਵਗੈਰਾ ਵੀ ਲੱਗ ਜੇ, ਉਹ ਕੀ ਕਰ ਲੇਗਾ, ਆਪਣੇ ਆਪ ਨੂੰ ਹੀਲ ਕਰ ਲੇਗਾ, ਕਿਉਂਕਿ ਉਹ ਕੀ ਕਰ ਸਕਦਾ, ਰੀਜਨਰੇਟ ਕਰ ਸਕਦਾ ਆਪਣੇ ਆਪ ਨੂੰ। ਬਟ ਜਿਹੜੀ ਕਿ ਆਪਾਂ ਗੱਲ ਕਰਦੇ ਹਾਂ ਹਿਊਮਨ ਬ੍ਰੇਨ ਦੇ ਵਿੱਚ ਨਿਊਰੋਨ ਸੈਲ ਦੀ ਗੱਲ ਕਰਦੇ ਹਾਂ, ਤਾਂ ਉਸ ਸਭ ਤੋਂ ਜ਼ਿਆਦਾ ਰੀਜਨਰੇਸ਼ਨ ਪਾਵਰ ਘੱਟ ਹੁੰਦੀ ਹੈ। ਤਾਂ ਅਗਰ ਤੁਸੀਂ ਸੈੱਲ ਸਟਰਕਚਰ ਦੇ ਵਿੱਚ ਪੜਿਆ ਹੋਏਗਾ, ਉਸਦੇ ਵਿੱਚ ਸੈਂਟਰੋਸੋਮ ਕੀ ਜੀ, ਸੈਂਟਰੋਸੋਮ ਹੁੰਦੇ ਆ, ਉਹ ਕੀ ਹੁੰਦੇ ਆ, ਐਬਸੈਂਟ ਹੁੰਦੇ ਆ ਕਿਸ ਦੇ ਵਿੱਚ, ਨਰਵ ਸੈਲ ਦੇ ਵਿੱਚ। ਅਗਰ ਆਪਾਂ ਹੁਣ ਦੇਖਦੇ ਹਾਂ ਬ੍ਰੇਨ ਨੂੰ, ਆਪਾਂ ਅਗਰ ਬ੍ਰੇਨ ਦੀ ਸਟੱਡੀ ਕਰਾਂਗੇ, ਆਪਾਂ ਉਹਨੂੰ ਪਹਿਲਾਂ ਕੀ ਕਰਾਂਗੇ, 3 ਪਾਰਟਸ ਡਿਵਾਈਡ ਕਰ ਦਾਂਗੇ, ਫੋਰ ਬ੍ਰੇਨ, ਮਿਡ ਬ੍ਰੇਨ ਤੇ ਹਿੰਡ ਬ੍ਰੇਨ। ਫੋਰ ਬ੍ਰੇਨ ਦੇ ਵਿੱਚ ਦੇਖਾਂਗੇ ਆਪਾਂ ਅੱਗੇ 3 ਪਾਰਟਸ ਪੜਾਂਗੇ, ਥੈਲਮਸ, ਹਾਈਪੋਥੈਲਮਸ, ਸੈਰੀਬ੍ਰਮ। ਅਗਰ ਮਿਡ ਬ੍ਰੇਨ ਦੀ ਗੱਲ ਪੜਾਂਗੇ, ਠੀਕ ਹੈ, ਫਿਰ ਆਪਾਂ ਉਸ ਤੋਂ ਬਾਅਦ ਕਿਹੜਾ ਪੜਾਂਗੇ, ਹਿੰਡ ਬ੍ਰੇਨ। ਹਿੰਡ ਬ੍ਰੇਨ ਦੇ ਵਿੱਚ ਆਪਾਂ ਅੱਗੇ ਫਿਰ 3 ਪਾਰਟਸ ਪੜਾਂਗੇ, ਪੋਂਸ, ਮੈਡੂਲਾ ਓਬਲੋਂਗੇਟਾ ਤੇ ਸੈਰੀਬੈਲਮ। ਅਗਰ ਆਪਾਂ ਫੋਰ ਬ੍ਰੇਨ ਦੀ ਗੱਲ ਕਰਦੇ ਹਾਂ, ਉਸ ਕੀ ਹੁੰਦਾ ਹੈ, ਸੈਰੀਬ੍ਰਮ ਹੁੰਦਾ ਹੈ। ਤੇ ਬਟ ਅਗਰ ਆਪਾਂ ਹਿੰਡ ਬ੍ਰੇਨ ਦੀ ਗੱਲ ਕਰਦੇ ਹਾਂ, ਉਸ ਕੀ ਹੋਏਗਾ ਜੀ, ਸੈਰੀਬੈਲਮ ਹੋਏਗਾ। ਕੀ ਹੋਏਗਾ, ਸੈਰੀਬੈਲਮ ਹੋਏਗਾ। ਅਗਰ ਆਪਾਂ ਗੱਲ ਕਰਦੇ ਹਾਂ, ਆਪਾਂ ਬ੍ਰੇਨ ਨੂੰ ਕੀ ਕੀਤਾ, 3 ਪਾਰਟਸ ਡਿਵਾਈਡ ਕਰਤਾ। ਇੱਕ ਕਿਸ ਕਰਤਾ ਜੀ, ਫੋਰ ਬ੍ਰੇਨਚ, ਮਿਡ ਬ੍ਰੇਨਚ ਤੇ ਹਿੰਡ ਬ੍ਰੇਨਚ। ਅਗਰ ਆਪਾਂ ਇਹਨਾਂ ਦੀ ਸਾਈਜ਼ ਦੀ ਗੱਲ ਕਰਾਂਗੇ, ਤਾਂ ਫੋਰ ਬ੍ਰੇਨ ਕਿਵੇਂ ਦਾ ਪਾਰਟ ਹੋਏਗਾ ਜੀ, ਲਾਰਜੈਸਟ ਪਾਰਟ ਹੋਏਗਾ। ਅਗਰ ਆਪਾਂ ਉਸ ਤੋਂ ਸੈਕਿੰਡ ਨੰਬਰ ਤੇ ਦੇਖਾਂਗੇ ਤਾਂ ਕਿਹੜਾ ਹੋਏਗਾ ਜੀ, ਹਿੰਡ ਬ੍ਰੇਨ। ਤੇ ਸਮੋਲੈਸਟ ਪਾਰਟ ਕਿਹੜਾ ਹੋਏਗਾ, ਮਿਡ ਬ੍ਰੇਨ। ਮਿਡ ਬ੍ਰੇਨ ਕਿਵੇਂ ਦਾ ਪਾਰਟ ਹੋਏਗਾ, ਸਮੋਲੈਸਟ ਹੋਏਗਾ। ਤਾਂ ਸਭ ਤੋਂ ਪਹਿਲਾਂ ਆਪਾਂ ਫੋਰ ਬ੍ਰੇਨ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਿਸ ਗੱਲ ਕਰਾਂਗੇ, ਫੋਰ ਬ੍ਰੇਨ ਬਾਰੇ ਗੱਲ ਕਰਦੇ ਹਾਂ। ਤਾਂ ਫੋਰ ਬ੍ਰੇਨ ਕਿਵੇਂ ਦਾ ਪਾਰਟ ਹੈ ਜੀ, ਲਾਰਜੈਸਟ ਪਾਰਟ ਆਫ ਦਾ ਬ੍ਰੇਨ। ਤਾਂ ਫੋਰ ਬ੍ਰੇਨ ਕਿਵੇਂ ਦਾ, ਲਾਰਜੈਸਟ ਪਾਰਟ ਆਫ ਦਾ ਬ੍ਰੇਨ। ਉਸ ਤੋਂ ਬਾਅਦ ਆਪਾਂ ਇਸ ਨੂੰ ਫੋਰ ਬ੍ਰੇਨ ਨੂੰ 3 ਪਾਰਟਸ ਡਿਵਾਈਡ ਕੀਤਾ ਹੋਇਆ ਹੈ, ਸੈਰੀਬਰਮ, ਹਾਈਪੋਥੈਲਮਸ ਤੇ ਥੈਲਮਸ ਦੇ ਵਿੱਚ। ਅਗਰ ਆਪਾਂ ਦੇਖਾਂਗੇ ਕਿ ਜਿਹੜਾ ਸੈਰੀਬਰਮ ਹੈ, ਇਹ ਕਿਵੇਂ ਦਾ ਪਾਰਟ ਹੈ ਜੀ, ਲਾਰਜੈਸਟ ਪਾਰਟ ਆਫ ਦਾ ਬ੍ਰੇਨ। ਅਗਰ ਆਪਾਂ ਗੱਲ ਕਰਾਂਗੇ ਪੂਰੇ ਬ੍ਰੇਨ ਦੀ, ਤਾਂ ਇਹ ਕਿੰਨਵਾਂ ਹਿੱਸਾ, 2/3 ਹੈ। ਕਿੰਨਵਾਂ ਹਿੱਸਾ, 2/3, ਮਤਲਬ 66% ਬ੍ਰੇਨ ਦਾ ਪਾਰਟ ਕੌਣ ਬਣਾਉਂਦਾ ਹੈ,
कौन बनाता है जी? सैरीब्रम बनाता है। इसी मतलब अगर आप गल करते किसी दी मतलब इंटैलीजेंस की गल करते हैं तो यही पार्ट वो करता है जी, फंक्शन करता है इस काम दे विच, तां ही इहनूं आपां इंटैलीजेंट ब्रेन भी कहा जाता है। अगर आप इहनूं अगे फर्दर देखांगे, इहनूं की कीता हुंदा है सैरीब्रम नूं दो पार्ट्स दे विच डिवाइड कीता हुंदा है, जिहनूं कि आपां हेमिस्फीयर कहने आ। जिहड़ा आह दिख रिहा तुहानूं इस साइड ते दिख रिहा है, ठीक है, इसनूं की कहांगे आपां लैफ्ट ते इसनूं की कहांगे राइट हेमिस्फीयर। ठीक है जी, ते ਇਹ ਦੋਨੇ ਇਹਨਾਂ ਦਾ ਜੁਆਇੰਟ ਹੁੰਦਾ, ਇਹਨੂੰ ਕੀ ਕਹਿੰਦੇ ਕੋਰਪਸ ਕੈਲੋਸਮ। ਕੀ ਕਹਿੰਦੇ ਕੋਰਪਸ ਕੈਲੋਸਮ ਕਹਿੰਦੇ ਆ ਜੀ। ਠੀਕ ਹੈ, ਤਾਂ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਹਨੂੰ ਕਿੰਨੇ ਪਾਰਟਸ ਡਿਵਾਈਡ ਕੀਤਾ ਹੋਇਆ, 4 ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ, ਮਤਲਬ ਲੋਬ ਬਣਾਏ ਹੋਏ ਆ। ਫਰੰਟਲ ਲੋਬ ਤੁਸੀਂ ਨੀਚੇ ਤੋਂ ਵੀ ਕਰ ਸਕਦੇ ਹੋ, ਦੇਖ ਸਕਦੇ ਹੋ ਡਾਇਗਰਾਮ ਤੋਂ ਵੀ ਕਲੀਅਰ ਹੋ ਸਕਦਾ ਹੈ। ਫਰੰਟਲ ਲੋਬ, ਪੈਰੀਟਲ ਲੋਬ ਤੇ ਟੈਂਪੋਰਲ ਲੋਬ ਤੇ ਓਸੀਪੀਟਲ ਲੋਬ। ਟੈਂਪੋਰਲ ਲੋਬ ਜਸਟ ਆਪਣੇ ਈਅਰਸ ਦੇ ਉੱਪਰ ਹੋਏਗੀ। ਆਪਾਂ ਫਰੰਟ ਤੋਂ ਸਭ ਤੋਂ ਪਹਿਲਾ ਪਾਰਟ ਦੇਖਾਂਗੇ ਪੈਰੀਟੋਰਲ, ਤੇ ਉਸ ਤੋਂ ਅਗਰ ਪਿਛਲਾ ਪਾਰਟ ਹੋਏਗਾ ਜਿਹੜਾ ਅਗਰ ਆਪਾਂ ਦੇਖਾਂਗੇ ਈਅਰਸ ਕੋਲੇ ਦੇਖਾਂਗੇ ਤਾਂ ਉਹ ਕਿਹੜਾ ਹੋਏਗਾ, ਟੈਂਪੋਰਲ ਹੋਏਗਾ। ਤੇ ਅਗਰ ਆਪਾਂ ਸਭ ਤੋਂ ਕਿਹੜਾ ਉੱਪਰਲਾ ਹਿੱਸਾ ਹੋਏਗਾ, ਆਪਾਂ ਗੱਲ ਕਰਦੇ ਹਾਂ ਸਕਲ ਦਾ, ਅਗਰ ਆਪਾਂ ਦੇਖ ਰਹੀਏ ਕੈਰੇਨਮ ਦਿਖ ਰਹੀ ਹੈ, ਸਭ ਤੋਂ ਉੱਪਰਲਾ ਹਿੱਸਾ ਕਿਹੜਾ ਹੋਏਗਾ ਜੀ, ਜਿਹੜਾ ਫਰੰਟ ਦੇ ਵਿੱਚ ਹੋਏਗਾ ਫਰੰਟਲ ਲੋਬ ਹੋਏਗਾ। ਅਗਰ ਆਪਾਂ ਉਸ ਤੋਂ ਪਿਛਲੇ ਹਿੱਸੇ ਦੀ ਕੀ ਕਰਾਂਗੇ, ਪੈਰੀਟਲ ਲੋਬ। ਉਸ ਤੋਂ ਬਾਅਦ ਕਿਹੜਾ ਲੋਬ ਆ ਜਾਏਗਾ ਜੀ, ਓਸੀਪੀਟਲ। ਓਸੀਪੀਟਲ ਕਿੱਥੇ ਹੋ ਜਾਏਗਾ ਜੀ, ਬੈਕ ਤੇ ਹੋ ਜਾਏਗਾ। ਠੀਕ ਹੈ ਜੀ, ਤਾਂ ਇਹਨੂੰ ਆਪਾਂ ਇਸ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ। ਓਕੇ, ਹੁਣ ਆਪਾਂ ਪਹਿਲਾਂ ਦੇਖਿਆ ਸੀਗਾ ਕਿ ਆਪਾਂ ਇਸ ਨੂੰ ਕੀ ਕਿੰਨੇ ਪਾਰਟਸ ਡਿਵਾਈਡ ਕੀਤਾ ਹੋਇਆ, ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, ਕਿਹੜੇ, ਲੈਫਟ ਤੇ ਰਾਈਟ। ਲੈਫਟ ਤੇ ਰਾਈਟ। ਤਾਂ ਅਗਰ ਹੁਣ ਦੇਖਿਆ ਜਾਵੇ ਰਾਈਟ ਵਾਲਾ ਪਾਰਟ ਕਿਸ ਨੂੰ ਕੰਟਰੋਲ ਕਰਦਾ ਹੈ, ਲੈਫਟ ਵਾਲੇ ਨੂੰ ਕਰਦਾ ਹੈ, ਤੇ ਲੈਫਟ ਵਾਲਾ ਪਾਰਟ ਕਿਸ ਨੂੰ ਕੰਟਰੋਲ ਕਰਦਾ ਹੈ, ਰਾਈਟ ਵਾਲੇ ਨੂੰ ਕੰਟਰੋਲ ਕਰਦਾ ਹੈ। ਤਾਂ ਹੁਣ ਇਸ ਲੈਫਟ ਵਾਲਾ ਪਾਰਟ ਕਿਹੜਾ ਜੀ, ਲੈਫਟ ਵਾਲਾ ਆਹ ਪਾਰਟ ਹੈ। ਠੀਕ ਹੈ, ਲੈਫਟ ਵਾਲਾ ਕਿਹੜਾ ਪਾਰਟ ਹੈ, ਦਿਸ ਇਜ਼ ਅ ਲੈਫਟ ਪਾਰਟ। ਹੁਣ ਆਪਾਂ ਅਗਰ ਲੈਫਟ ਪਾਰਟ ਦੀ ਗੱਲ ਦੇਖਦੇ ਹਾਂ ਤਾਂ ਲੈਫਟ ਪਾਰਟ ਕੀ ਕੀ ਚੀਜ਼ਾਂ ਕੰਟਰੋਲ ਕਰਦਾ, ਤੁਸੀਂ ਇਹਨੂੰ ਲਿਖ ਸਕਦੇ ਹੋ ਆਰਾਮ ਨਾਲ, ਕੀ ਕੀ ਚੀਜ਼ਾਂ ਇਹ ਕੰਟਰੋਲ ਕਰਦਾ, ਮਤਲਬ ਇਸ ਕਿਹੜੀ ਕਿਸੇ ਦੀ ਇਹਦੇ ਫੰਕਸ਼ਨਸ ਕੀ ਹੈ ਲੈਫਟ ਲੋਬ ਦੇ। ਠੀਕ ਹੈ, ਤਾਂ ਆਪਾਂ ਹੁਣ ਦੇਖਾਂਗੇ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਦੇ ਹਾਂ ਸੋਚਣ ਦੀ ਕੈਪੈਸਿਟੀ, ਠੀਕ ਹੈ, ਰੀਜ਼ਨਿੰਗ ਦੀ, ਕੈਲਕੂਲੇਸ਼ਨ ਕਰਨ ਦੀ, ਮੈਥਮੈਟਿਕਸ। ਠੀਕ ਹੈ, ਅਗਰ ਆਪਾਂ ਗੱਲ ਕਰ ਰਹੇ ਹਾਂ ਸਾਇੰਸ ਵਗੈਰਾ, ਜਿਸ ਬੱਚੇ ਦਾ ਕੈਲਕੂਲੇਸ਼ਨ ਸਾਇੰਸ ਵਗੈਰਾ ਅੱਛਾ ਹੈ ਤਾਂ ਉਹਦਾ ਲੈਫਟ ਕੀ ਹੋਏਗਾ ਜੀ, ਲੈਫਟ ਵਾਲਾ ਪਾਰਟ ਕੀ ਹੋਏਗਾ, ਜ਼ਿਆਦਾ ਡਿਵੈਲਪਡ ਹੋਏਗਾ। ਅਗਰ ਆਪਾਂ ਰਾਈਟ ਦੀ ਗੱਲ ਕਰਦੇ ਹਾਂ, ਰਾਈਟ ਦੀ ਗੱਲ ਕਰਦੇ ਹਾਂ, ਇਧਰ ਅਗਰ ਬੰਦੇ ਦੀ ਕ੍ਰੀਏਟੀਵਿਟੀ ਹੋਏਗੀ, ਇਨੋਵੇਸ਼ਨ ਹੋਏਗਾ, ਇਮੈਜੀਨੇਸ਼ਨ ਹੋਏਗੀ, ਮਿਊਜ਼ਿਕ ਅਵੇਅਰਨੈਸ ਹੋਏਗੀ, ਤਾਂ ਮਤਲਬ ਆਪਾਂ ਨੂੰ ਇੱਕ ਗੱਲ ਪਤਾ ਲੱਗ ਗਈ ਕਿ ਕਿਹੜਾ ਰਾਈਟ ਵਾਲਾ ਪਾਸਾ ਹੈ ਉਹ ਕਿ ਉਸ ਚ ਅਗਰ ਉਹ ਜ਼ਿਆਦਾ ਡਿਵੈਲਪ ਹੈ ਤਾਂ ਬੰਦੇ ਦਾ ਮਿਊਜ਼ਿਕ ਵਾਲੇ ਪਾਸੇ, ਕ੍ਰੀਏਟੀਵਿਟੀ ਵਾਲੇ ਪਾਸੇ, ਜਾਂ ਉਹ ਉਹਦਾ ਆਰਟ ਵਰਕ ਕੀ ਹੋਏਗਾ, ਅੱਛਾ ਹੋਏਗਾ। ਬਟ ਹੁਣ ਆਪਾਂ ਦੇਖਦੇ ਹਾਂ ਜੇ ਕਿਸੇ ਦਾ ਮਤਲਬ ਲੈਫਟ ਪਾਸਾ ਕੀ ਹੈ, ਉਹ ਅਗਰ ਬੰਦਾ ਲੈਫਟ ਹੈਂਡਡ ਹੈ, ਮਤਲਬ ਕੀ ਹੋ ਗਿਆ, ਲੈਫਟ ਵਾਲਾ ਪਾਸਾ ਕਿਸ ਨੂੰ ਕੰਟਰੋਲ ਕਰ ਰਿਹਾ ਜੀ, ਲੈਫਟ ਹੈਂਡ ਨੂੰ ਕੰਟਰੋਲ ਕਰ ਰਿਹਾ। ਤਾਂ ਅਗਰ ਲੈਫਟ ਵਾਲਾ ਪਾਸਾ ਕਿਸ ਨੂੰ ਕੰਟਰੋਲ ਕਰੇਗਾ, ਹੋਰ ਅਗਰ ਆਪਾਂ ਬੋਡੀ ਪਾਰਟ ਦੀ ਗੱਲ ਕਰਾਂਗੇ ਤਾਂ ਲੈਫਟ ਹੈਂਡ ਕੰਟਰੋਲ ਕਰ ਰਿਹਾ, ਲੈਫਟ ਵਾਲਾ ਪਾਸਾ ਕਵਰ ਕਰ ਰਿਹਾ। ਤਾਂ ਬਟ ਆਪਾਂ ਦੇਖਾਂਗੇ ਹੁਣ ਜਿਹੜਾ ਆਰਟਿਸਟਿਕ ਹੈ, ਮਿਊਜ਼ਿਕ ਵਾਲਾ ਹੈ, ਉਹਦਾ ਮਤਲਬ ਕਿਹੜੇ ਪਾਸੇ ਲੋਬ ਦੇ ਵਿੱਚ ਹੈ, ਉਹ ਰਾਈਟ ਲੋਬ ਦੇ ਵਿੱਚ ਹੈ। ਤਾਂ ਹੁਣ ਲੈਫਟ ਵਾਲਾ ਲੋਬ ਕੀ ਕੰਟਰੋਲ ਕਰ ਰਿਹਾ, ਕਿਸ ਨੂੰ ਕੰਟਰੋਲ ਕਰ ਰਿਹਾ, ਰਾਈਟ ਵਾਲੇ ਨੂੰ ਕੰਟਰੋਲ ਕਰ ਰਿਹਾ। ਤਾਂ ਹੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਲੈਫਟੀ ਹੁੰਦੇ ਨੇ ਉਹ ਕੀ ਹੁੰਦੇ ਆ, ਉਹਨਾਂ 'ਚ ਐਵੇਂ ਦੀ ਇਨੋਵੇਸ਼ਨ ਵਗੈਰਾ ਜ਼ਿਆਦਾ ਹੁੰਦੀ ਹੈ। ਕਿਵੇਂ ਦੀ, ਅਗਰ ਆਪਾਂ ਆਰਟ ਦੇ ਪ੍ਰਤੀ ਦੇਖਾਂਗੇ, ਮਿਊਜ਼ਿਕ ਦੇ ਪ੍ਰਤੀ ਦੇਖਾਂਗੇ, ਜਾਂ 3D ਐਨੀਮੇਸ਼ਨ ਦੀ ਗੱਲ ਕਰਾਂਗੇ, ਉਹ ਆਪਣੇ ਲੈਫਟੀਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਕਿਉਂਕਿ ਲੈਫਟ ਵਾਲਾ ਪਾਸਾ ਕਿਹਨੂੰ ਕੰਟਰੋਲ ਕਰ ਰਿਹਾ, ਰਾਈਟ ਵਾਲੇ ਪਾਸੇ ਨੂੰ ਕੰਟਰੋਲ ਕਰ ਰਿਹਾ ਜੀ। ਹੁਣ ਆਪਾਂ ਦੇਖਦੇ ਹਾਂ, ਹੁਣ ਫਰੰਟਲ ਲੋਬ ਦੀ ਗੱਲ ਕਰਦੇ ਹਾਂ। ਫਰੰਟਲ ਲੋਬ ਦਾ ਫੰਕਸ਼ਨ ਦੇਖ ਰਹੇ ਹਾਂ ਆਪਾਂ ਕਿ ਇਹ ਅੱਗੇ ਆਪਾਂ ਫਰਦਰ ਪਾਰਟਸ ਡਿਵਾਈਡ ਕਰਾਂਗੇ। ਫਰੰਟਲ ਲੋਬ ਦੀ ਕੀ ਹੋ ਜਾਏਗੀ, ਇੱਕ ਤਾਂ ਮੈਮਰੀ ਫਾਰਮੇਸ਼ਨ, ਕਿ ਮੈਮਰੀ ਨੂੰ ਸਟੋਰ ਕਰਕੇ ਰੱਖਣਾ, ਪਲੱਸ ਡਿਸੀਜਨ ਮੇਕਿੰਗ ਹੋ ਜਾਏਗੀ ਜੀ। ਠੀਕ ਹੈ, ਤੇ ਅਗਰ ਆਪਾਂ ਹੋਰ ਦੇਖਾਂਗੇ ਪਰਸਨੈਲਿਟੀ ਡਿਵੈਲਪਮੈਂਟ, ਕਿ ਅਗਰ ਬੰਦੇ ਦੀ ਕੋਈ ਪਰਸਨੈਲਿਟੀ ਜ਼ਿਆਦਾ ਵਧੀਆ ਹੈ ਤਾਂ ਆਪਾਂ ਉਹਦੀ ਕਿਵੇਂ ਦੀ ਪਰਸਨੈਲਿਟੀ ਹੈ ਤਾਂ ਉਹ ਕੌਣ ਡਿਸਾਈਡ ਕਰੇਗਾ, ਫਰੰਟਲ ਲੋਬ ਡਿਸਾਈਡ ਕਰਦਾ ਹੈ। ਅਗਰ ਫਰੰਟਲ ਲੋਬ ਡਿਸਾਈਡ ਕਰ ਰਿਹਾ ਤਾਂ ਅਗਰ ਤੁਸੀਂ ਕਈ ਫਿਲਮਾਂ 'ਚ ਦੇਖਣ ਨੂੰ ਮਿਲਦਾ ਹੈ ਮਲਟੀਪਲ ਪਰਸਨੈਲਿਟੀ ਡਿਸਆਰਡਰ, ਤਾਂ ਉਸ ਨਾਲ ਕੀ ਪਤਾ ਲੱਗ ਜਾਂਦਾ ਹੈ ਕਿ ਅਗਰ ਕਿਸੇ ਬੰਦੇ ਨੂੰ ਆਹ ਬਿਮਾਰੀ ਹੈਗੀ ਹੈ ਤਾਂ ਉਹਦਾ ਫਰੰਟਲ ਲੋਬ ਦੇ ਕਿਹੜੇ ਨਿਊਰੋਨਸ ਹੈ ਉਹਨਾਂ 'ਚ ਕੀ ਹੈ, ਪ੍ਰੋਬਲਮ ਹੈ ਜੀ। ਠੀਕ ਹੈ, ਤਾਂ ਅਗਰ ਐਮਪੀਟੀ ਦੀ ਬਿਮਾਰੀ ਹੈ, ਮਤਲਬ ਮਲਟੀਪਲ ਪਰਸਨੈਲਿਟੀ ਡਿਸਆਰਡਰ ਦੀ ਬਿਮਾਰੀ ਹੈ, ਤਾਂ ਉਹ ਕਿਉਂ ਹੋਏਗੀ, ਕਿਉਂਕਿ ਫਰੰਟਲ ਲੋਬ ਦੇ ਵਿੱਚ ਉਹਦੇ ਨਿਊਰੋਨਸ ਦੇ ਵਿੱਚ ਕੀ ਹੋਏਗੀ, ਪ੍ਰੋਬਲਮ ਹੋਏਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੈਰੀਟਲ ਲੋਬ ਦੀ। ਪੈਰੀਟਲ ਲੋਬ ਦੇ ਵਿੱਚ ਕੀ ਹੋਏਗਾ ਜੀ, ਓਰੀਐਂਟੇਸ਼ਨ ਵਗੈਰਾ ਹੋਣਗੀਆਂ। ਉਸ ਤੋਂ ਬਾਅਦ ਆਪਾਂ ਕਿਹਦੀ ਗੱਲ ਕਰਦੇ ਹਾਂ, ਓਸੀਪੀਟਲ ਦੀ। ਠੀਕ ਹੈ ਜੀ, ਇਸ 'ਚ ਕੀ ਹੋਏਗਾ, ਇੱਕ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਵਿਜ਼ੂਅਲ ਪ੍ਰੋਸੈਸਿੰਗ, ਮਤਲਬ ਆਡਿਟ ਕਰਨ ਦਾ ਕੰਮ ਕਰੇਗਾ। ਜਿੰਨੇ ਵੀ ਆਪਾਂ ਸੁਣਦੇ ਹਾਂ ਤੇ ਆਪਾਂ ਦੇਖਦੇ ਹਾਂ, ਉਸ ਨੂੰ ਪ੍ਰੋਸੈਸ ਕਰਨ ਦਾ ਕੰਮ ਕਿਹਦਾ ਹੋਏਗਾ, ਓਸੀਪੀਟਲ ਲੋਬ ਦਾ ਹੋਏਗਾ। ਟੈਂਪੋਰਲ ਦਾ ਕੀ ਹੋਏਗਾ ਜੀ, ਮਤਲਬ ਇਸ ਨੂੰ ਆਪਾਂ ਰਿਲੇਟ ਕਰ ਸਕਦੇ ਹਾਂ
ਕਿਸ ਨਾਲ? ਡ੍ਰੀਮਿੰਗ ਦੇ ਨਾਲ। ਅਗਰ ਆਪਾਂ ਨੂੰ ਸੁਪਨੇ ਵਗੈਰਾ ਆਣਗੇ ਤਾਂ ਕਿਉਂ ਆਣਗੇ ਜੀ? ਉਹ ਟੈਂਪੋਰਲ ਲੋਬ ਦੀ ਵਜ੍ਹਾ ਤੋਂ ਆਣਗੇ। ਯੂਜ਼ਲੀ ਇਹਨਾਂ 'ਚ ਕੁਐਸਚਨ ਨਹੀਂ ਆਂਦਾ, ਬਟ ਕਈ ਵਾਰ ਐਗਜ਼ਾਮੀਨਰ ਆਊਟ ਆਫ ਦਾ ਵੇ ਜਾ ਕੇ ਇਹਨਾਂ 'ਚ ਕੁਐਸਚਨ ਪੁੱਛ ਲੈਂਦਾ, ਤਾਂ ਪਲੀਜ਼ ਨੋਟ ਡਾਊਨ ਕਰਿਓ ਤੇ ਪੜ੍ਹ ਸਕਦੇ ਹੋ ਇਹਨੂੰ। ਅਗਰ ਆਪਾਂ ਸੈਰੀਬ੍ਰਮ ਦੀ ਗੱਲ ਕਰਾਂਗੇ, ਇਹਦਾ ਮੇਨ ਫੰਕਸ਼ਨ ਕੀ ਹੋ ਜਾਏਗਾ? ਥਿੰਕਿੰਗ, ਇੰਟੈਲੀਜੈਂਟ, ਕੌਨਸੈਪਟ। ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਥੈਲਮਸ ਦੀ, ਉਸ ਤੋਂ ਹਾਈਪੋਥੈਲਮਸ ਦੀ। ਤਾਂ ਅਗਰ ਆਪਾਂ ਦੇਖਦੇ ਹਾਂ ਥਾਈਲਮਸ, ਥਾਈਲਮਸ ਕਿਹਨੂੰ ਕੋਆਰਡੀਨੇਟ ਕਰਨ 'ਚ ਹੈਲਪ ਕਰਦਾ ਹੈ? ਸੈਂਸ ਆਰਗਨਸ ਨੂੰ। ਸੈਂਸ ਆਰਗਨਸ ਕਿਹੜੇ ਕਿਹੜੇ ਹੁੰਦੇ ਆ? ਨੋਜ਼, ਟੰਗ, ਈਅਰ, ਠੀਕ ਹੈ ਜੀ, ਆਈ, ਇਹ ਸਾਰੇ ਕਿਵੇਂ ਹੋ ਜਾਣਗੇ? ਸੈਂਸ ਆਰਗਨਸ ਹੋ ਜਾਣਗੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਈਪੋਥੈਲਮਸ ਦੀ। ਕਿਹਦੀ ਗੱਲ ਕਰਾਂਗੇ? ਹਾਈਪੋਥੈਲਮਸ ਦੀ ਗੱਲ ਕਰਦੇ ਹਾਂ। ਹੁਣ ਹਾਈਪੋਥੈਲਮਸ ਨੂੰ ਕੀ ਕਿਹਾ ਜਾਂਦਾ ਹੈ? ਹਾਈਪੋਥੈਲਮਸ ਨੂੰ ਕਿਹਾ ਜਾਂਦਾ ਹੈ ਮਾਸਟਰ ਆਫ ਮਾਸਟਰ ਜਾਂ ਸੁਪਰ ਮਾਸਟਰ ਗਲੈਂਡ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਇੱਕ ਆਪਣੀ ਬੋਡੀ ਦੇ ਵਿੱਚ ਪਿਟਿਊਟਰੀ ਗਲੈਂਡ ਹੁੰਦਾ ਹੈ, ਉਸਨੂੰ ਕੀ ਕਰਦਾ? ਇਹ ਕੰਟਰੋਲ ਕਰਦਾ ਹੈ। ਉਸਨੂੰ ਕੀ ਕਰਦਾ? ਕੰਟਰੋਲ ਕਰਦਾ ਹੈ। ਤਾਂ ਇੱਕ ਗਲੈਂਡ ਜਿਹੜਾ ਪਿਟਿਊਟਰੀ ਗਲੈਂਡ ਹੈ, ਉਹ ਅੱਗੇ ਹੋਰ 7 ਗਲੈਂਡਸ ਨੂੰ ਕੀ ਕਰਦਾ? ਅੱਗੇ ਕੰਟਰੋਲ ਕਰਦਾ ਹੈ। ਤਾਂ ਹੀ ਇਸਨੂੰ ਮਾਸਟਰ ਆਫ ਮਾਸਟਰ ਕਿਹਾ ਜਾਂਦਾ ਹੈ ਜਾਂ ਫਿਰ ਸੁਪਰ ਮਾਸਟਰ ਗਲੈਂਡ ਕਿਹਾ ਜਾਂਦਾ ਹੈ। ਅਗਰ ਆਪਾਂ ਦੇਖਦੇ ਹਾਂ, ਅਗਰ ਕਿਸੇ ਨੂੰ, ਅਗਰ ਆਪਾਂ ਗੱਲ ਕਰਦੇ ਹਾਂ ਉਸ ਨੂੰ, ਬੰਦੇ ਨੂੰ ਆਪਣੇ, ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਆਪਣੇ ਬੋਡੀ ਟੈਂਪਰੇਚਰ ਨੂੰ, ਆਪਣੇ ਬੋਡੀ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਦੂਜੀ ਗੱਲ ਨਾ, ਇਹ ਇਮੋਸ਼ਨਸ, ਐਂਗਰ, ਲਵ, ਇਹ ਸਾਰੀ ਫੀਲਿੰਗਸ ਨੂੰ ਇਹੀ ਹਾਈਪੋਥੈਲਮਸ ਕੰਟਰੋਲ ਕਰਦਾ ਜੀ। ਠੀਕ ਹੈ, ਹਾਰਟ ਦਾ ਕੋਈ ਵੀ ਰਿਲੇਸ਼ਨ ਨਹੀਂ ਹੁੰਦਾ ਇਹਨਾਂ ਫੀਲਿੰਗਸ ਦੇ ਨਾਲ, ਬਟ ਕਿਹਦਾ ਹੋਏਗਾ ਜੀ? ਹਾਈਪੋਥੈਲਮਸ ਦਾ ਰਿਲੇਸ਼ਨ ਹੁੰਦਾ ਹੈ ਕਿਹਦੇ ਨਾਲ? ਹੰਗਰ ਦੇ ਨਾਲ, ਲਵ ਦੇ ਨਾਲ ਤੇ ਇਮੋਸ਼ਨਸ ਦੇ ਨਾਲ। ਕਿਸ ਦਾ ਰਿਲੇਸ਼ਨ ਹੋਏਗਾ? ਹਾਈਪੋਥੈਲਮਸ ਦਾ ਹੋਏਗਾ। ਤਾਂ ਇਹ ਬੋਡੀ ਟੈਂਪਰੇਚਰ ਨੂੰ ਵੀ ਰੈਗੂਲੇਟ ਕਰਦਾ ਹੈ। ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਆਪਣਾ ਬੋਡੀ ਟੈਂਪਰੇਚਰ ਕਿੰਨਾ ਹੁੰਦਾ? ਕਿੰਨਾ ਹੁੰਦਾ ਜੀ? 37 ਡਿਗਰੀ ਸੀ ਹੁੰਦਾ ਹੈ। ਇਸ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬੋਡੀ ਥਰਮਾਮੀਟਰ। ਇਸ ਨਾਲ, ਇਹ ਥਰਮਾਮੀਟਰ ਆਫ ਅ ਬੋਡੀ, ਇਸ ਨਾਮ ਨਾਲ ਵੀ ਜਾਣਿਆ ਜਾਂਦਾ। ਨੈਕਸਟ ਮਿਡ ਬ੍ਰੇਨ। ਇਹ ਕਿੱਥੇ ਲੋਕੇਟਡ ਹੁੰਦਾ ਜੀ? ਥੈਲਮਸ ਤੇ ਹਾਈਪੋਥੈਲਮਸ ਦੇ ਵਿਚਕਾਰ, ਠੀਕ ਹੈ, ਤੇ ਪੌਂਸ ਆਫ ਮਿਡ ਬ੍ਰੇਨ। ਤਾਂ ਆ ਰਿਹਾ ਜੀ ਮਿਡ ਬ੍ਰੇਨ, ਇਹ ਰਿਹਾ ਹਾਈਪੋਥੈਲਮਸ, ਠੀਕ ਹੈ, ਤੇ ਉਧਰ ਆ ਕੀ ਰਿਹਾ? ਪੌਂਸ। ਇਹਨਾਂ ਵਿਚਕਾਰ ਕੀ ਲੱਗਿਆ ਹੋਇਆ ਹੈ? ਮਿਡ ਬ੍ਰੇਨ। ਹੁਣ ਜਿਹੜੀ ਆਪਣੀ ਵਿਜ਼ਨ ਹੈ ਜਾਂ ਆਪਣੀ ਸੁਣਦੀ ਹੈ, ਉਸ ਦੇ ਵਿੱਚ ਕੋਆਰਡੀਨੇਸ਼ਨ ਦੇ ਵਿੱਚ ਹੈਲਪ ਕਰੇਗਾ, ਕੌਣ ਕਰੇਗਾ? ਮਿਡ ਬ੍ਰੇਨ। ਤਾਂ ਮਿਡ ਬ੍ਰੇਨ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਵੇਂ ਦਾ ਪਾਰਟ ਹੈ? ਸਮੋਲੈਸਟ ਹੈ, ਲਾਰਜੈਸਟ ਹੈ ਜਾਂ ਸੈਕਿੰਡ ਲਾਰਜੈਸਟ ਹੈ, ਜਾਂ ਸਭ ਤੋਂ ਜ਼ਿਆਦਾ ਸਮੋਲੈਸਟ ਹੈ? ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਿੰਡ ਬ੍ਰੇਨ ਦੀ। ਕਿਹਦੀ ਗੱਲ ਕਰਾਂਗੇ? ਹਿੰਡ ਬ੍ਰੇਨ ਦੀ ਗੱਲ ਕਰਾਂਗੇ। ਤਾਂ ਹਿੰਡ ਬ੍ਰੇਨ ਦੇ ਵਿੱਚ ਆਪਾਂ ਨੂੰ ਅੱਗੇ ਫਰਦਰ ਪਾਰਟਸ ਡਿਵਾਈਡ ਕੀਤਾ ਹੋਇਆ ਹੈ, ਸੈਰੀਬੈਲਮ, ਮੈਡੂਲਾ ਓਬਲੋਂਗੇਟਾ ਜਾਂ ਐਂਡ ਪੌਂਸ। ਮੈਡੂਲਾ ਓਬਲੋਂਗੇਟਾ ਐਂਡ ਪੌਂਸ। ਸਭ ਤੋਂ ਪਹਿਲਾਂ ਆਪਾਂ ਸੈਰੀਬੈਲਮ ਬਾਰੇ ਪੜਾਂਗੇ। ਸੈਰੀਬੈਲਮ ਬਾਰੇ ਪੜਾਂਗੇ। ਇਟ ਇਜ਼ ਦਾ ਸੈਕਿੰਡ ਲਾਰਜੈਸਟ ਪਾਰਟ ਆਫ ਦਾ ਬ੍ਰੇਨ। ਇਸ ਨੂੰ ਲਿਟਲ ਬ੍ਰੇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਇਸ ਦਾ ਅਗਰ ਆਪਾਂ ਸਟਰਕਚਰ ਦੇਖ ਰਹੇ ਹਾਂ ਤਾਂ ਇਹ ਅਗਰ ਆ ਰਿਹਾ ਕੀ ਹੈ? ਇਹ ਸੈਰੀਬੈਲਮ ਹੈ। ਤਾਂ ਇੱਕ ਤਰ੍ਹਾਂ ਦਾ ਪੇੜ ਬਣਾ ਰਿਹਾ ਇਹ। ਤਾਂ ਇਸ ਨੂੰ ਟਰੀ ਆਫ ਲਾਈਫ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਟਰੀ ਆਫ ਲਾਈਫ ਵੀ ਕਿਹਾ ਜਾਂਦਾ ਹੈ। ਇਹਦਾ ਫੰਕਸ਼ਨ ਕੀ ਕੀ ਹੋਏਗਾ ਜੀ? ਇੱਕ ਤਾਂ ਇਹ ਬੋਡੀ ਦਾ ਬੈਲੈਂਸ ਮੇਨਟੇਨ ਕਰਨਾ, ਪਲੱਸ ਮਸਲ ਦੀ ਮੂਵਮੈਂਟ ਕਰਨਾ, ਐਂਡ ਆਪਣੀ ਜੋ ਆਪਾਂ ਬੋਲ ਰਹੇ ਹਾਂ ਉਸ ਨੂੰ, ਸਪੀਕਿੰਗ ਨੂੰ ਕੰਟਰੋਲ ਕਰਨਾ। ਕਿਹਦਾ ਕੰਮ ਹੋਏਗਾ? ਸੈਰੀਬੈਲਮ ਦਾ ਕੰਟਰੋਲ ਹੋਏਗਾ। ਤਾਂ ਪੇਪਰ ਦੇ ਵਿੱਚ ਐਮਸੀਕਿਊਜ਼ ਦੀ ਫਾਰਮ ਦੇ ਵਿੱਚ ਇੱਕ ਅਕਸਰ ਕੁਐਸਚਨ ਦੇਖਣ ਨੂੰ ਮਿਲਦਾ ਹੈ ਕਿ ਅਲਕੋਹਲ ਡਰਿੰਕਿੰਗ ਨਾਲ, ਸ਼ਰਾਬ ਨਾਲ ਸਭ ਤੋਂ ਵੱਧ ਕਿਹੜੀ ਚੀਜ਼ ਇਨਫੈਕਟਡ ਹੋਏਗੀ ਬ੍ਰੇਨ ਦੀ? ਸੈਰੀਬੈਲਮ ਹੋਏਗਾ। ਤਾਂ ਹੀ ਅਗਰ ਦੇਖਦੇ ਹਾਂ ਕਿ ਬੰਦੇ ਦਾ ਕੀ ਬੋਲਣ ਦੇ ਕੰਟਰੋਲ ਨਹੀਂ ਰਹਿੰਦਾ, ਨਾ ਹੀ ਆਪਣੇ ਮਸਲਸ ਦੀ ਮੂਵਮੈਂਟ ਤੇ, ਮਤਲਬ ਹੱਥਾਂ ਪੈਰਾਂ ਦੀ ਮੂਵਮੈਂਟ ਤੇ ਕੰਟਰੋਲ ਨਹੀਂ ਰਹਿੰਦਾ, ਨਾ ਹੀ ਉਹ ਆਪਣਾ ਬੋਡੀ ਬੈਲੈਂਸ ਬਣਾ ਪਾਉਂਦਾ ਹੈ। ਹੁਣ ਨੈਕਸਟ ਪੜਾਂਗੇ ਆਪਾਂ ਮੈਡੂਲਾ ਓਬਲੋਂਗੇਟਾ ਬਾਰੇ। ਤਾਂ ਇਹ ਕਿਵੇਂ ਦਾ ਜੀ? ਇਹ ਆਪਣੇ ਜਿੰਨੇ ਵੀ ਬਾਇਓਲੋਜੀਕਲ ਰਿਐਕਸ਼ਨਸ ਹੈਗੇ ਆ, ਮਤਲਬ ਜਿਹੜੇ ਆਪਣੀ ਬੋਡੀ ਦੇ ਅੰਦਰ ਰਿਐਕਸ਼ਨਸ ਹੋ ਰਹੇ ਆ, ਠੀਕ ਹੈ, ਉਸ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਹੈ। ਆਪਣੀ ਹਾਰਟ ਬੀਟ, ਬਰੀਥਿੰਗ ਤੇ ਡਾਈਜੈਸ਼ਨ, ਜਿਹੜੇ ਕਿ ਆਪਾਂ ਗੱਲ ਕਰਦੇ ਹਾਂ ਇਨਵੋਲੰਟਰੀ ਹੈ।
ਇਨਵੋਲੰਟਰੀ ਕੀ ਆਪਣੇ ਅੰਡਰ ਕੰਟਰੋਲ ਨਹੀਂ ਹੈਗੇ ਜਾਂ ਆਟੋਨੋਮਿਕ ਫੰਕਸ਼ਨ ਨੇ ਉਹਨਾਂ ਨੂੰ ਕੰਟਰੋਲ ਕੌਣ ਕਰੇਗਾ, ਮੈਡੁਲਾ ਓਬਲੋਂਗੇਟਾ ਕਰੇਗਾ। ਓਕੇ, ਅਗਰ ਆਪਾਂ ਹੁਣ ਦੇਖਾਂਗੇ ਮੈਡੁਲਾ ਓਬਲੋਂਗੇਟਾ ਦੇ ਫੰਕਸ਼ਨਸ ਨੂੰ ਵੀ ਆਪਾਂ ਦੋ ਪਾਰਟਸ ਡਿਵਾਈਡ ਕਰ ਸਕਦੇ ਹਾਂ। ਇੱਕ ਤਾਂ ਹੋ ਗਿਆ ਜੀ ਵਾਈਟਲ, ਇੱਕ ਹੋ ਗਿਆ ਅਸੈਸਰੀ। ਠੀਕ ਹੈ, ਵਾਈਟਲ ਤੇ ਅਸੈਸਰੀ। ਵਾਈਟਲ ਦੇ ਵਿੱਚ ਉਹ ਫੰਕਸ਼ਨਸ ਆ ਜਾਣਗੇ ਜਿਵੇਂ ਕਿ ਹਾਰਟ ਬੀਟ, ਬਰੀਥਿੰਗ, ਜਿਸ ਨਾਲ ਕਿ ਬੰਦੇ ਦੀ ਕੀ ਅਗਰ ਉਹ ਫੰਕਸ਼ਨ ਕਰਨਾ ਬੰਦ ਕਰ ਜਾਣ ਕੀ ਹੋ ਸਕਦੀ ਹੈ, ਡੈਥ ਹੋ ਸਕਦੀ ਹੈ। ਬਟ ਜਿਹੜੇ ਦੂਜੇ ਕਿ ਇਨਵੋਲੰਟਰੀ ਹੀ ਨੇ ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ, ਅਸੈਸਰੀ ਐਕਸ਼ਨ ਕਹਿ ਦਾਂਗੇ। ਤਾਂ ਦੋਨੇ ਹੀ ਫੰਕਸ਼ਨ ਵਾਈਟਲ ਤੇ ਅਸੈਸਰੀ ਕਿਵੇਂ ਦੇ ਨੇ, ਇਨਵੋਲੰਟਰੀ ਹੈ ਕਿ ਅੰਡਰ ਆਪਣੇ ਕੰਟਰੋਲ ਨਹੀਂ ਹੈਗੇ। ਬਟ ਜੇ ਆਪਾਂ ਅਸੈਸਰੀ ਦੀ ਗੱਲ ਕਰ ਰਹੇ ਹਾਂ ਤਾਂ ਉਸ ਚ ਕੀ ਹੋਏਗਾ, ਬੰਦੇ ਦੀ ਡੈਥ ਨਹੀਂ ਹੋਏਗੀ। ਜਿਵੇਂ ਕਿ ਆਪਾਂ ਗੱਲ ਕਰਨੇ ਆ ਬਲਿੰਕਿੰਗ ਆਫ ਆਈ, ਠੀਕ ਹੈ ਜੀ, ਜਾਂ ਸਨੀਜ਼ਿੰਗ, ਠੀਕ ਹੈ, ਜਾਂ ਵੋਮਿਟਿੰਗ, ਇਹ ਸਾਰੇ ਕਿਵੇਂ ਦੇ ਨੇ, ਆਪਣੇ ਅੰਡਰ ਕੰਟਰੋਲ ਨਹੀਂ ਹੈਗੇ ਤੇ ਕਿਸ ਦੇ ਅੰਦਰ ਆਣਗੇ, ਅਸੈਸਰੀਜ਼ ਰਿਐਕਸ਼ਨ ਦੇ ਵਿੱਚ ਆਣਗੇ। ਤੈਨੂੰ ਕੰਟਰੋਲ ਕੌਣ ਕਰ ਰਿਹਾ, ਮੈਡੁਲਾ ਓਬਲੋਂਗੇਟਾ। ਹਿਚਕੀਆਂ ਲੱਗਣਾ, ਮਤਲਬ ਛਿੱਕਾ ਲੱਗਣਾ, ਸਾਰਾ ਕਿਹਦਾ ਕੰਮ ਹੋਏਗਾ, ਮੈਡੁਲਾ ਓਬਲੋਂਗੇਟਾ ਦਾ ਕੰਮ ਹੋਏਗਾ ਜੀ। ਹੁਣ ਆਪਾਂ ਗੱਲ ਕੀਤੀ ਕਿ ਆਪਾਂ ਦੇਖਿਆ ਮੈਡੁਲਾ ਓਬਲੋਂਗੇਟਾ ਕੀ ਕੰਟਰੋਲ ਕਰ ਰਿਹਾ, ਰੈਸਪੀਰੇਸ਼ਨ ਕੰਟਰੋਲ ਕਰ ਰਿਹਾ। ਠੀਕ ਹੈ, ਤਾਂ ਮੈਡੁਲਾ ਓਬਲੋਂਗੇਟਾ ਕੀ ਕਰ ਰਿਹਾ, ਰੈਸਪੀਰੇਸ਼ਨ ਕੰਟਰੋਲ ਕਰ ਰਿਹਾ। ਬਟ ਅਗਰ ਆਪਾਂ ਰੈਸਪੀਰੇਟਰੀ ਸਿਸਟਮ ਦੀ ਗੱਲ ਕਰਾਂਗੇ, ਰੈਸਪੀਰੇਟਰੀ ਸਿਸਟਮ ਦੀ ਗੱਲ ਕਰਾਂਗੇ ਜਾਂ ਉਹਦਾ ਮੈਗਨੀਟਿਊਡ ਤੇ ਫ੍ਰੀਕੁਐਂਸੀ ਦੀ ਗੱਲ ਕਰਾਂਗੇ, ਉਹ ਕੌਣ ਕੰਟਰੋਲ ਕਰ ਰਿਹਾ ਹੋਏਗਾ ਜੀ, ਉਹ ਕਰ ਰਿਹਾ ਹੈਗਾ ਪੌਂਸ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਸਲੀਪਿੰਗ ਸਾਈਕਲ, ਸਲੀਪ ਸਾਈਕਲ ਹੁੰਦਾ ਕਿ ਆਪਾਂ ਕਿੰਨੇ ਘੰਟੇ ਬਾਅਦ ਸੌਂਦੇ ਆ ਨਾ, ਤਾਂ ਸਲੀਪ ਸਾਈਕਲ ਉਹਨੂੰ ਵੀ ਕੌਣ ਕੰਟਰੋਲ ਕਰ ਰਿਹਾ ਹੋਏਗਾ, ਪੌਂਸ ਕਰ ਰਿਹਾ ਹੋਏਗਾ ਜੀ। ਉਸ ਤੋਂ ਬਾਅਦ ਆਪਾਂ ਰਿਫਲੈਕਸ ਐਕਸ਼ਨ ਦੀ ਗੱਲ ਕਰਦੇ ਹਾਂ। ਹੁਣ ਆਪਾਂ ਪੜ੍ਹਿਆ ਸੀਗਾ ਲਾਸਟ ਟਾਈਮ ਵੀ ਪੀਐਨਐਸ, ਪੀਐਨਐਸ। ਹੁਣ ਇੱਕ ਰਿਫਲੈਕਸ ਐਕਸ਼ਨ ਹੁੰਦੇ ਆ, ਅਗਰ ਆਪਾਂ ਗੱਲ ਕਰਦੇ ਹਾਂ ਸਪਾਈਨਲ ਕੋਰਡ ਨੂੰ ਵੀ ਕੀ ਕਿਹਾ ਜਾਂਦਾ ਜੀ, ਸਪਾਈਨਲ ਕੋਰਡ ਨੂੰ ਕੀ ਕਿਹਾ ਜਾਂਦਾ, ਸੈਕੰਡ ਬ੍ਰੇਨ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ, ਸੈਕੰਡ ਬ੍ਰੇਨ ਵੀ ਕਿਹਾ ਜਾਂਦਾ। ਕਿਉਂ? ਕਿਉਂਕਿ ਜਦ ਬ੍ਰੇਨ ਬਿਜ਼ੀ ਹੁੰਦਾ ਹੈ, ਬ੍ਰੇਨ ਆਪਣੀ ਕੰਸੈਂਟਰੇਸ਼ਨ ਦਾ ਕੋਈ ਕੰਮ ਕਰ ਰਿਹਾ ਹੁੰਦਾ ਹੈ, ਉਸਨੇ ਆਪਣਾ ਕੰਮ ਕਿਸ ਨੂੰ ਸੌਂਪਿਆ ਹੁੰਦਾ, ਸਪਾਈਨਲ ਕੋਰਡ ਨੂੰ ਸੌਂਪਿਆ ਹੁੰਦਾ ਹੈ। ਤਾਂ ਉਹ ਕੀ ਹੁੰਦਾ, ਇੱਕ ਤਰ੍ਹਾਂ ਦੇ ਰਿਫਲੈਕਸ ਐਕਸ਼ਨ ਵੀ ਗੱਲ ਕਰ ਲੈਂਦੇ ਆ। ਸਪੋਜ਼ ਕਰੋ ਇੱਕ ਬੰਦਾ ਕੀ ਕਰ ਰਿਹਾ, ਆਪਣੀ ਕੁਝ ਵੀ ਮਤਲਬ ਡਰਾਈਵਿੰਗ ਚ ਆਪਣੇ ਡਰਾਈਵ ਕਰ ਰਿਹਾ, ਉਹਦਾ ਦਿਮਾਗ ਕਿੱਥੇ ਹੋਏਗਾ, ਸਾਰਾ ਮਤਲਬ ਕਨਸੈਂਟਰੇਸ਼ਨ ਕਿੱਥੇ ਹੋਏਗੀ, ਸੜਕ ਤੇ ਹੋਏਗੀ। ਬਟ ਇੱਕਦਮ ਹੀ ਕੀ ਹੁੰਦਾ ਹੈ, ਕਾਰ ਇੰਬੈਲੈਂਸ ਹੋ ਜਾਂਦੀ ਹੈ। ਤਾਂ ਉਹਦੇ ਆਪਣੇ ਕੀ ਕਰੇਗਾ, ਉਹਦਾ ਸਭ ਤੋਂ ਪਹਿਲਾਂ ਪੈਰ ਕਿਹੜੇ ਪਾਸੇ ਜਾਏਗਾ ਜੀ, ਬ੍ਰੇਕ ਵਾਲੇ ਪਾਸੇ ਜਾਏਗਾ। ਤਾਂ ਉਹ ਕਿਹਦਾ ਕੰਮ ਹੋ ਜਾਏਗਾ, ਉਹ ਕੌਣ ਇੰਸਟਰਕਟ ਕਰ ਰਿਹਾ ਹੋਏਗਾ, ਉਹ ਸਪਾਈਨਲ ਕੋਰਡ ਇੰਸਟਰਕਟ ਕਰ ਰਹੀ ਹੋਏਗੀ। ਤਾਂ ਇੱਕ ਤਰ੍ਹਾਂ ਦਾ ਕਿਵੇਂ ਹੋ ਗਿਆ, ਉਹ ਰਿਫਲੈਕਸ ਐਕਸ਼ਨ ਹੋ ਗਿਆ ਜੀ। ਤਾਂ ਕੌਣ ਕੰਟਰੋਲ ਕਰ ਰਹੀ ਹੋਏਗੀ, ਸਪਾਈਨਲ ਕੋਰਡ। ਤੇ ਸਪਾਈਨਲ ਕੋਰਡ ਅੱਗੇ ਕਿਸ ਨੂੰ ਦੱਸ ਰਹੀ ਹੋਏਗੀ ਜੀ, ਕਿਸ ਨੂੰ ਕਰ ਰਹੀ ਦੱਸ ਰਹੀ ਹੋਏਗੀ, ਅੱਗੇ ਪੀਐਨਐਸ ਸਿਸਟਮ ਨੂੰ ਦੱਸ ਰਹੀ ਹੋਏਗੀ। ਮਤਲਬ ਨਰਵਸ ਨੂੰ ਦੱਸੇਗੀ ਇਹ ਕੰਮ ਕਰਨਾ ਹੈ। ਮਤਲਬ ਸਪਾਈਨਲ ਕੋਰਡ ਨੂੰ ਕੀ ਕਹਿੰਦਾ, ਸੈਕੰਡ ਬ੍ਰੇਨ ਵੀ ਕਿਹਾ ਜਾਂਦਾ। ਜਦ ਬ੍ਰੇਨ ਬਿਜ਼ੀ ਹੋਵੇ ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਕਿ ਬ੍ਰੇਨ ਦਾ ਕੰਮ ਕੌਣ ਕਰ ਰਿਹਾ ਹੋਏਗਾ, ਸਪਾਈਨਲ ਕੋਰਡ ਕਰ ਰਹੀ ਹੋਏਗੀ।